D4 न्यूज़ देख रहे तमाम दोस्तों को दीपक भंडारी का नमस्कार। हमारे विशेष कार्यक्रम आपकी सेहत में आपका स्वागत है। अस्थमा तेजी से बढ़ रहा है। विश्व भर में अस्थमा 3 मई को अस्थमा दिवस के तौर पर मनाया जाता है। 7 दिनों तक अस्थमा वीक पूरे विश्व में मनाया जा रहा है ताकि इस बारे में लोगों को जागरूक किया जा सके। आज हमारे साथ हैं औरी हॉस्पिटल के जो चेस्ट रोग विशेषज्ञ हैं डॉक्टर प्रदीप होरी। उनसे बात करेंगे कि आखिरकार अस्थमा क्या है। नमस्कार डॉक्टर साहब, D4 न्यूज़ चैनल ਤੁਹਾਡਾ स्वागत है। नमस्कार भंडारी साहब। ਪਹਿਲਾਂ ਡਾਕਟਰ ਸਾਹਿਬ ਸਵਾਲ ਹੈ ਅਸਥਮਾ ਹੈ ਕੀ ਤੇ ਇਹ ਕਿਸ ਤਰ੍ਹਾਂ ਤੇ ਕਿਹੜੀ ਏਜ 'ਚ ਹੁੰਦਾ ਹੈ? ਦੇਖੋ, ਜਿਹੜਾ ਐਸਥਮਾ ਜਿਹਨੂੰ ਅਸੀਂ ਆਪਾਂ ਹਿੰਦੀ 'ਚ ਦਮਾ ਕਹਿੰਦੇ ਆ, ਇਹ ਕਿਸੇ ਵੀ ਏਜ ਦੇ ਵਿੱਚ ਹੋ ਸਕਦਾ ਹੈ। ਜਿਹਦੇ ਲਈ ਕੋਈ ਏਜ ਸਪੈਸੀਫਿਕ ਨਹੀਂ ਹੈ। ਬੱਚਿਆਂ 'ਚ ਵੀ ਹੋ ਸਕਦਾ ਹੈ, ਵੱਡਿਆਂ 'ਚ ਵੀ ਹੋ ਸਕਦਾ ਹੈ, ਬਜ਼ੁਰਗਾਂ 'ਚ ਵੀ ਹੋ ਸਕਦਾ ਹੈ ਜੀ। ਔਰ ਐਸਥਮਾ ਕੀ ਬਿਮਾਰੀ ਹੈ? ਐਸਥਮਾ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਸਾਹ ਵਾਲੀ ਨਲੀ ਹੈ ਉਹ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੀ ਹੈ ਡਿਊ ਟੂ ਕਿ ਇਹਨੂੰ ਐਕਸਪੋਜ਼ਰ ਟੂ ਦੀ ਅਲਰਜਨਸ, ਕਿ ਜਿਵੇਂ ਡਸਟ ਹੋ ਗਿਆ ਜਾਂ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਅਲਰਜੀ ਕਰਦੀਆਂ, ਉਹ ਜਦੋਂ ਤੁਹਾਡੇ ਸਾਹ ਵਾਲੀ ਨਲੀ 'ਚ ਜਾਂਦੀਆਂ ਤੇ ਉਹ ਉਹਦੇ 'ਚ ਜਾ ਕੇ ਸੂਜਨ ਪੈਦਾ ਕਰਦੀ ਹੈ ਜੀ। ਉਹ ਸੂਜਨ ਪੈਦਾ ਕਰਕੇ ਉਹਦੇ ਵਿੱਚ ਉਹ ਜਦੋਂ ਸੂਜਨ ਪੈਦਾ ਹੋ ਜਾਂਦੀ ਹੈ ਤੇ ਉਹ ਬਹੁਤ ਸੰਵੇਦਨਸ਼ੀਲ ਹੋ ਜਾਂਦੀ ਹੈ, ਜਿਹਦੇ ਨਾਲ ਕਿ ਜਦੋਂ ਵੀ ਕੋਈ ਵੀ ਇਸ ਤਰ੍ਹਾਂ ਦਾ ਅਲਰਜਨ ਸਾਡੀ ਸਾਹ ਵਾਲੀ ਨਲੀ ਦੇ ਵਿੱਚ ਜਾਂਦਾ ਹੈ ਤੇ ਉਹ ਅੰਦਰ ਜਾ ਕੇ ਇੱਕਦਮ ਉਹਨੂੰ ਕੰਸਟ੍ਰਿਕਟ ਕਰ ਦਿੰਦਾ। ਜਿਹੜੀਆਂ ਸਾਡੀਆਂ ਸਾਹ ਵਾਲੀਆਂ ਨਲੀਆਂ ਜਿਹੜੀਆਂ ਤੰਗ ਹੋ ਜਾਂਦੀਆਂ, ਉਹਨਾਂ 'ਚ ਬਹੁਤ ਜ਼ਿਆਦਾ ਬਲਗਮ ਇਕੱਠੀ ਹੋ ਜਾਂਦੀ ਹੈ, ਬਹੁਤ ਜ਼ਿਆਦਾ ਬਲਗਮ ਪੈਦਾ ਹੋ ਜਾਂਦੀ ਹੈ, ਜਿਹਦੇ ਕਰਕੇ ਕਿ ਸਾਨੂੰ ਐਸਥਮਾ ਦਾ ਅਟੈਕ ਹੁੰਦਾ ਔਰ ਐਸਥਮਾ ਦੇ ਜਿਹੜੇ ਸਾਨੂੰ ਸਿੰਪਟਮਸ ਆਉਂਦੇ। ਅੱਛਾ ਡਾਕਟਰ ਸਾਹਿਬ, ਇਹ ਜੇ ਕਿਹਾ ਜਾਏ ਵੀ ਜਦੋਂ ਅਸੀਂ ਸਾਹ ਲੈਂਦੇ ਹਾਂ ਤੇ ਬਹੁਤ ਸਾਰੇ ਪਾਰਟੀਕਲ ਸਾਡੇ ਜਿਹੜੇ ਸਾਹ ਦੇ ਰਾਹੀਂ ਸਾਡੀ ਸਾਹ ਵਾਲੀ ਨਲੀ ਚਲੇ ਜਾਂਦੇ ਤੇ ਜਦੋਂ ਹੌਲੀ ਹੌਲੀ ਉਹ ਕੁਝ ਚੀਜ਼ਾਂ ਉਹ 'ਚ ਜੰਮਣੀਆਂ ਸ਼ੁਰੂ ਹੋ ਜਾਂਦੀਆਂ, ਸਾਹ ਲੈਣ ਵਾਲਾ ਰਸਤਾ ਤੰਗ ਹੋ ਜਾਂਦਾ, ਉਹ ਇਸ ਕਰਕੇ ਸਰ ਅਸਥਮਾ ਉਹਨੂੰ ਕਹਿੰਦੇ। ਬਿਲਕੁਲ ਬਿਲਕੁਲ। ਇਹ ਜਿਹੜਾ ਐਸਥਮਾ ਦਾ ਹੁੰਦਾ, ਨੰਬਰ 1 ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਮੈਂ, ਜਿਹੜਾ ਐਸਥਮਾ ਹੈਗਾ ਇਹ ਐਪੀਸੋਡਿਕ ਡਿਜ਼ੀਜ਼ ਹੈ। ਮਤਲਬ ਇਹ ਹੈਗਾ ਕਿ ਐਪੀਸੋਡਸ 'ਚ ਆਉਂਦਾ ਹੈ। ਹਮੇਸ਼ਾ ਇਹ ਨਹੀਂ ਹੈ ਕਿ ਇੱਕ ਬੰਦੇ ਨੂੰ ਅਟੈਕ ਹੋ ਗਿਆ ਤੇ ਉਹ ਸਦਾ ਲਈ ਅਟੈਕ ਵਾਲੀ ਕੰਡੀਸ਼ਨ 'ਚ ਰਹਿੰਦਾ ਹੈ। ਐਸਥਮਾ ਦਾ ਅਟੈਕਸ ਐਪੀਸੋਡਿਕ ਹੁੰਦਾ ਹੈ। ਕਦੀ ਉਹ ਹਫਤੇ 'ਚ ਇੱਕ ਵਾਰੀ ਵੀ ਆ ਸਕਦਾ ਹੈ, ਕਦੀ ਮਹੀਨੇ 'ਚ ਇੱਕ ਵਾਰੀ ਵੀ ਆ ਸਕਦਾ ਹੈ, ਕਦੀ ਲਾਈਫ 'ਚ ਵੀ ਇੱਕ ਵਾਰੀ ਆ ਸਕਦਾ ਹੈਗਾ। ਸੋ ਇਹ ਜਦੋਂ ਵੀ ਤੁਹਾਡੇ ਐਸਥਮਾ ਦਾ ਅਟੈਕ ਹੁੰਦਾ, ਉਹਦੇ ਵਿੱਚ ਤੁਹਾਡੀਆਂ ਸਾਹ ਵਾਲੀਆਂ ਨਲੀਆਂ ਤੰਗ ਹੋ ਜਾਂਦੀਆਂ, ਉਹਦੇ ਕਰਕੇ ਅੰਦਰ ਬਲਗਮ ਪੈਦਾ ਹੋ ਜਾਂਦੀ ਹੈ ਔਰ ਮਰੀਜ਼ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਹੈ, ਬਹੁਤ ਜ਼ਿਆਦਾ ਬਲਗਮ ਇਕੱਠੀ ਹੋ ਜਾਂਦੀ ਹੈ, ਉਹਨੂੰ ਬਾਹਰ ਕੱਢਣੀ ਪੈਂਦੀ ਹੈ, ਚੈਸਟ ਪੇਨ ਰਹਿੰਦੀ ਹੈ, ਉਹਨੂੰ ਸਾਹ ਚੜ੍ਹਦਾ ਹੈਗਾ। ਇਹ ਸਾਰੇ ਜਿਹੜੇ ਸਿੰਪਟਮਸ ਹੈ ਐਪੀਸੋਡਿਕ ਹੁੰਦੇ ਆ। ਜਦੋਂ ਉਹਦਾ ਅਸਰ ਖਤਮ ਹੋ ਜਾਂਦਾ, ਮਰੀਜ਼ ਫਿਰ ਪਹਿਲੇ ਵਰਗਾ ਨਾਰਮਲ ਹੋ ਜਾਂਦਾ। ਡਾਕਟਰ ਅਸਥਮਾ ਦਾ ਕੋਈ ਚੇਂਜ ਆਫ ਜਿਹੜਾ ਵੈਦਰ ਹੈ ਉਹਦੇ ਨਾਲ ਕੋਈ ਸੰਪਰਕ ਹੈ? ਬਿਲਕੁਲ। ਦੇਖੋ, ਜਿਸ ਤਰ੍ਹਾਂ ਚੇਂਜ ਇਨ ਵੈਦਰ ਹੈਗਾ ਵੈ, ਕੁਝ ਵੈਦਰਸ ਦੇ ਵਿੱਚ, ਜਿਵੇਂ ਹੁਣ ਤੁਸੀਂ ਅੱਜ ਕੱਲ੍ਹ ਅਸੀਂ ਪੰਜਾਬ ਦੀ ਗੱਲ ਕਰੀਏ, ਹਾਰਵੈਸਟਿੰਗ ਸੀਜ਼ਨ ਹੈ, ਕਟਾਈ ਹੋ ਰਹੀ ਹੈ, ਕਟਾਈ ਤੋਂ ਬਾਅਦ ਤੂੜੀਆਂ ਸਾਂਭ ਰਹੇ ਨੇ ਲੋਕ ਔਰ ਤੂੜੀਆਂ ਤੋਂ ਬਾਅਦ ਫਿਰ ਕਈ ਵਾਰੀ ਤੂੜੀਆਂ ਨੂੰ ਅੱਗ ਵੀ ਲਗਾ ਦਿੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਸਾਡੇ ਵਾਤਾਵਰਨ ਦੇ ਵਿੱਚ ਉਹ ਅਲਰਜੀ ਵਾਲੇ ਜਿਹੜੇ ਕਾਰਨ ਹੁੰਦੇ ਆ ਉਹਨਾਂ ਦੀ ਕੁਆਂਟੀਟੀ ਬਹੁਤ ਵਧਾ ਦਿੰਦੀ ਹੈ ਜੀ। ਤੇ ਜਦੋਂ ਵੀ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਚੀਜ਼ਾਂ ਦੀ ਕੁਆਂਟੀਟੀ ਵੱਧਦੀ ਹੈ, ਉਦੋਂ ਜਿੰਨੀ ਵੀ ਪਾਪੂਲੇਸ਼ਨ ਉਸ ਚੀਜ਼ ਨੂੰ ਐਕਸਪੋਜ਼ ਹੁੰਦੀ ਹੈ, ਉਹਦੇ ਕੰਟੈਕਟ ਦੇ ਵਿੱਚ ਆਉਂਦੀ ਹੈ ਤੇ ਫਿਰ ਉਹਨੂੰ ਇਸ ਦਮੇ ਦੀ ਜਾਂ ਐਸਥਮਾ ਦੇ ਅਟੈਕਸ ਹੁੰਦੇ ਆ। ਸੋ ਜਦੋਂ ਜਿਵੇਂ ਹੁਣ ਰੁੱਤ ਬਦਲਦੀ ਹੈ, ਜਦੋਂ ਸਰਦੀਆਂ ਆਉਂਦੀਆਂ, ਸਰਦੀਆਂ ਦੇ ਵਿੱਚ ਸਾਨੂੰ ਵਾਇਰਲ ਬਿਮਾਰੀਆਂ ਬਹੁਤ ਹੋ ਜਾਂਦੀਆਂ, ਫਲੂ ਜਿਹਨੂੰ ਅਸੀਂ ਕਹਿੰਦੇ ਹਾਂ। ਸੋ ਜਦੋਂ ਵੈਦਰ ਚੇਂਜ ਹੁੰਦਾ ਹੈ, ਸਾਡੇ ਐਨਵਾਇਰਨਮੈਂਟ 'ਚ ਚੇਂਜ ਆਉਂਦੀ ਹੈ। ਐਨਵਾਇਰਨਮੈਂਟ 'ਚ ਚੇਂਜ ਆਉਣ ਕਰਕੇ ਸਾਡੇ ਜਿਹੜੇ ਹੈਗੇ ਆ ਉਹ ਇਸ ਰੋਗ ਦੇ ਜਿਹੜੇ ਰੋਗੀ ਹੁੰਦੇ ਆ ਉਹਨਾਂ ਦੀ ਮਾਤਰਾ ਵੱਧ ਜਾਂਦੀ। ਅੱਛਾ ਡਾਕਟਰ ਸਾਹਿਬ, ਇੱਕ ਤੁਸੀਂ ਜਿਵੇਂ ਕਿਹਾ ਵੀ ਕਿਸੇ ਵੀ ਏਜ ਹੋ ਸਕਦਾ ਹੈ, ਮਤਲਬ ਹੁਣ ਅਸੀਂ ਦੇਖਿਆ ਪਿਕਚਰਾਂ 'ਚ ਵੀ ਕਈ ਵਾਰੀ ਦਿਖਾਉਂਦੇ ਨੇ ਛੋਟੇ ਬੱਚਿਆਂ ਨੂੰ ਵੀ ਪਫ ਦੀ ਲੋੜ ਪੈਂਦੀ ਹੈ, ਇਹਦੇ ਨਾਲ ਵੀ ਪਫ ਲੈਂਦੇ ਤੇ ਇਮੀਡੀਏਟ ਉਹਨੂੰ ਰਿਲੀਫ ਮਿਲ ਜਾਂਦਾ ਹੈ। ਵੀ ਇਹ ਰੀਜ਼ਨ ਬੱਚਿਆਂ 'ਚ ਕਿਉਂ ਹੈ? ਤੇ ਦੂਸਰਾ ਇਹਦੇ ਨਾਲ ਹੀ ਸਵਾਲ ਹੈ ਵੀ ਕੀ ਫਿਰ ਉਹ ਜਿਹੜੇ ਬੱਚੇ ਇਨਹੇਲਰਸ 'ਤੇ ਲੱਗ ਜਾਂਦੇ ਨੇ, ਵੀ ਕਿਆ ਉਹਨਾਂ ਨੂੰ ਸਾਰੀ ਉਮਰ ਉਹ ਇਨਹੇਲਰਸ 'ਤੇ ਰਹਿਣਾ ਪੈਂਦਾ? ਦੇਖੋ, ਇਸ ਤਰ੍ਹਾਂ ਹੈਗਾ ਕਿ ਇਹ ਬਹੁਤ ਕਾਮਨ ਕੁਐਸਚਨ ਹੈ, ਕਿਉਂਕਿ ਜਿਹੜਾ ਅਸੀਂ ਐਸਥਮਾ ਦੇ ਵਿੱਚ ਇਨਹੇਲਰ ਵਰਤਦੇ ਹਾਂ, ਉਹ ਇਨਹੇਲਰਸ ਦੇ ਬਾਰੇ ਪਬਲਿਕ ਦੇ ਵਿੱਚ ਬੜੇ ਮਿਸਕਨਸੈਪਸ਼ਨ ਹੈਗੇ, ਬੜੀਆਂ ਧਾਰਨਾਵਾਂ ਹਰ ਇੱਕ ਦੀਆਂ ਬਣਾਈਆਂ। ਜਿਵੇਂ ਅਸੀਂ ਮੀਡੀਆ 'ਚ ਦੇਖਦੇ ਹਾਂ, ਫਿਲਮਾਂ 'ਚ ਦੇਖਦੇ ਹਾਂ ਕਿ ਉਹ ਇਹਨੂੰ ਇਨਹੇਲਰ ਨਹੀਂ ਮਿਲਿਆ ਤੇ ਉਹਦਾ ਸਾਹ ਬੰਦ ਹੋ ਗਿਆ ਤੇ ਉਹਦੀ ਜਾਨ ਚਲੇਗੀ। ਇਹ ਸਾਰੀ ਜਿਹੜੀਆਂ ਮਿਸਕਨਸੈਪਸ਼ਨ ਇਨਹੇਲਰਸ ਬਾਰੇ ਸਾਡੇ ਕਾਫੀ, ਮੇਰੇ ਕੋਲ ਵੀ ਜਿਹੜੇ ਪੇਸ਼ੈਂਟਸ ਆਉਂਦੇ ਉਹਨਾਂ ਦੀ ਇਹ ਕੁਐਰੀਜ਼ ਹੁੰਦੀ ਹੈ। ਪਰ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਇਹ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਇਨਹੇਲਰਸ ਕੀ ਹੈ। ਦੇਖੋ, ਇਨਹੇਲਰਸ ਜਿਹੜੇ ਹੈਗੇ ਹੈ, ਇੱਕ ਬਹੁਤ, ਜਿਵੇਂ ਅਸੀਂ ਸਮਝੀਏ ਕਿ ਇੱਕ ਡਿਵਾਈਸ ਬਣਾ ਦਿੱਤਾ ਹੈ ਔਰ ਉਸ ਡਿਵਾਈਸ ਦੇ ਵਿੱਚ ਇੱਕ ਦਵਾਈ ਪਾ ਦਿੱਤੀ ਹੈ ਕਿ ਜਿਹੜੀ ਦਵਾਈ ਸਿੱਧਾ ਤੁਹਾਡੇ ਲੰਗਸ ਦੇ ਵਿੱਚ ਪਹੁੰਚਦੀ ਹੈ, ਜਿੱਥੇ ਕਿ ਐਕਚੁਅਲੀ ਇਹਨੂੰ ਲੋੜ ਹੈ। ਹੁਣ ਮੰਨ ਲਓ
ਕਿਸੇ ਨੂੰ ਸੱਟ ਲੱਗ ਜਾਂਦੀ ਅਸੀਂ ਉਹਦੇ ointment ਲਗਾਉਂਦੇ ਹਾਂ, ointment ਸਿੱਧਾ ਉਸ ਜ਼ਖਮ ਤੇ ਅਸਰ ਕਰਦੀ ਹੈ, ਜ਼ਖਮ ਜਲਦੀ ਰਾਜ ਕਰਦੀ ਹੈ। ਉਹੀ ਅਸੀਂ ਗੋਲੀਆਂ ਖਾਵਾਂਗੇ ਉਹ ਜ਼ਖਮ ਤੱਕ ਪਹੁੰਚਣਗੀਆਂ, ਉਹ ਉਨਾ ਹੀ ਟਾਈਮ ਜ਼ਿਆਦਾ ਲੱਗੇਗਾ। ਸੋ ਇਨਹੇਲਰਸ ਜਿਹੜੇ ਹੈਗੇ ਹੈ ਇਹ ਬਹੁਤ ਤੁਹਾਡਾ, ਇੱਕ ਤੇ ਇਹਨਾਂ ਦੇ ਨਾਲ ਸਾਈਡ ਇਫੈਕਟਸ ਨਹੀਂ ਆਉਂਦੇ, ਸੈਕਿੰਡ ਇਹ ਸਿੱਧਾ ਉਸ ਜਗ੍ਹਾ ਤੇ ਚਲੇ ਜਾਂਦੇ ਸਾਹ ਵਾਲੀ ਨਲੀ 'ਚ ਜਿੱਥੇ ਐਕਚੁਅਲੀ ਇਹ ਰਿਕੁਆਇਰਡ ਹੈ, ਔਰ ਤੀਸਰੀ ਗੱਲ ਇਹ ਹੈਗੀ ਹੈ ਕਿ ਬਹੁਤ ਜ਼ਿਆਦਾ ਕਨਵੀਨੀਅੰਟ ਹੈ। ਓਨਲੀ ਚੀਜ਼ ਹੈਗੀ ਕਿ ਸਾਡੇ ਮਾਈਂਡ ਨੂੰ ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਹੈਗਾ ਵਾ ਕਿ ਜਿਹੜੀ ਸਾਡੀ ਹੁਣ ਅਗਰ ਅਸੀਂ ਟੇਬਲੇਟਸ ਤੇ ਪਾਵਾਂਗੇ, ਹੁਣ ਤੁਸੀਂ ਦੇਖੋ ਅਗਰ ਅਸੀਂ ਟੇਬਲੇਟ ਵੀ ਲੈਂਦੇ ਹਾਂ ਉਹਦੇ 'ਚ ਮਿਲੀਗ੍ਰਾਮ ਦੇ ਵਿੱਚ ਡੋਜ਼ ਹੁੰਦੀ ਹੈ, ਹਾਂਜੀ, ਔਰ ਇਨਹੇਲਰ ਦੇ ਵਿੱਚ ਮਾਈਕਰੋਗ੍ਰਾਮ, ਔਰ 1 ਮਿਲੀਗ੍ਰਾਮ 1000 ਮਾਈਕਰੋਗ੍ਰਾਮ ਦਾ ਹੁੰਦਾ ਹੈ। ਸੋ ਤੁਸੀਂ ਦੇਖੋ ਕਿ ਕਿੰਨੀ ਘੱਟ ਮਾਤਰਾ ਦੇ ਵਿੱਚ ਸਾਡੇ ਅੰਦਰ ਦਵਾਈ ਜਾਏਗੀ ਔਰ ਕਿੰਨੇ ਸਾਡੇ ਘਰ ਸਾਈਡ ਇਫੈਕਟਸ ਹੋਣਗੇ। ਔਰ ਸਿਰਫ ਇਹ ਹੁੰਦਾ ਵਾ ਕਿ ਸਿਰਫ ਸਾਡੀ ਸੁਸਾਇਟੀ ਦਾ ਟੈਬੂ ਜਾਂ ਸੋਸ਼ਲ ਟੈਬੂ ਸਮਝ ਲਓ ਕਿ ਅਸੈਪਟੈਂਸ ਜਿਹੜੀ ਇਨਹੇਲਰ ਦੀ ਬਹੁਤ ਲੇਟ ਹੁੰਦੀ ਹੈ, ਪਰ ਡੈਫੀਨੇਟਲੀ ਜਿਹੜੇ ਇਸ ਚੀਜ਼ ਨੂੰ ਅਸੈਪਟ ਕਰ ਲੈਂਦੇ ਆ ਉਹਨਾਂ ਦੀ ਬਿਮਾਰੀ ਔਰ ਉਹਨਾਂ ਨੂੰ ਦਵਾਈਆਂ ਦੇ ਸਾਈਡ ਇਫੈਕਟ ਵੀ ਨਹੀਂ ਆਉਂਦੇ। ਨਹੀਂ ਡਾਕਟਰ ਸਾਹਿਬ, ਇਹਨੂੰ ਪੂਰੀ ਉਮਰ ਲੈਣਾ ਪੈਂਦਾ ਜੀ? ਦੇਖੋ ਇਸ ਤਰ੍ਹਾਂ ਹੈਗਾ ਹੈ ਕਿ ਜਿਹੜੀ ਐਸਥਮਾ ਦੀ ਜਿਹੜੀ ਬਿਮਾਰੀ ਹੈ ਨਾ, ਨੰਬਰ 1 ਕਿ ਜਿੰਨੀ ਦੇਰ ਤੁਹਾਨੂੰ ਇਹ ਬਿਮਾਰੀ ਰਹਿੰਦੀ ਹੈ, ਠੀਕ ਹੈ, ਹੁਣ ਇਹ ਹੈ ਕਿ ਸਪੋਜ਼ ਜਿੰਨੀ ਦੇਰ ਤੁਹਾਨੂੰ ਸ਼ੂਗਰ ਰਹਿੰਦੀ ਤੁਹਾਨੂੰ ਦਵਾਈਆਂ ਖਾਣੀਆਂ ਪੈਂਦੀਆਂ, ਹਾਈਪਰਟੈਂਸ਼ਨ ਹੈ, ਕ੍ਰੋਨਿਕ ਬਿਮਾਰੀ ਹੈ, ਤੁਹਾਨੂੰ ਦਵਾਈਆਂ ਲੈਣੀਆਂ ਪੈਂਦੀਆਂ, ਇਸੇ ਤਰ੍ਹਾਂ ਹੀ ਕ੍ਰੋਨਿਕ ਬਿਮਾਰੀ 'ਚ ਆ ਜਾਂਦੀ ਹੈ। ਔਰ ਜਿੰਨੀ ਦੇਰ ਤੁਹਾਨੂੰ ਇਹ ਬਿਮਾਰੀ ਰਹਿੰਦੀ ਹੈ ਉਸ ਦੌਰਾਨ ਤੁਹਾਨੂੰ ਇਹ ਦਵਾਈਆਂ ਲੈਣੀਆਂ ਪੈਂਦੀਆਂ ਨੇ, ਔਰ ਜਿਸ ਤਰ੍ਹਾਂ ਤੁਹਾਡੀ ਬਿਮਾਰੀ ਠੀਕ ਹੋ ਜਾਂਦੀ ਹੈ, ਚਲੀ ਜਾਂਦੀ ਹੈ, ਤੁਹਾਨੂੰ ਇਹ ਦਵਾਈਆਂ ਬੰਦ ਵੀ ਹੋ ਜਾਂਦੀਆਂ। ਅੱਛਾ ਡਾਕਟਰ ਸਾਹਿਬ, ਅਸਥਮਾ ਜਿਵੇਂ ਤੁਸੀਂ ਕਿਹਾ ਵੀ ਬਹੁਤ ਤੇਜ਼ੀ ਨਾਲ ਵੱਧ ਰਿਹਾ, ਪਹਿਲਾ ਸਿਰ ਸਵਾਲ ਹੈ ਵੀ ਕਿਉਂ ਤੇਜ਼ੀ ਨਾਲ ਵੱਧ ਰਿਹਾ ਤੇ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਤਾਂ ਕਿ ਇਸ ਤੋਂ ਬਚਿਆ ਜਾ ਸਕੇ ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਅਸਥਮਾ ਨਹੀਂ ਹੈ, ਤੇ ਉਹਨਾਂ ਲੋਕਾਂ ਵਾਸਤੇ ਕੀ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਅਸਥਮਾ ਹੈਗਾ? ਦੇਖੋ ਇਸ ਤਰ੍ਹਾਂ ਹੈਗਾ ਹੈ ਕਿ ਜਿਹੜੇ ਐਸਥਮਾ ਹੈ ਇਹਦੇ ਮੁੱਖ ਰੂਪ 'ਚ 2 ਕਾਰਨ ਹੈ। 2 ਕਾਰਨ ਇਹ ਵਾਲੇ ਹੈਗੇ ਹੈ। ਨੰਬਰ 1 ਕਾਰਨ ਹੈ ਜਿਹੜੇ ਕਿ ਅਲਰਜਨਸ ਹੈ, ਤੇ ਦੂਸਰੇ ਕਾਰਨ ਹੈ ਜਿਹੜੇ ਇਰੀਟੈਂਟਸ ਹੈ। ਅਲਰਜਨਸ ਕੀ ਆ ਜਾਂਦੇ ਆ, ਜਿਵੇਂ ਸਾਡੇ ਹਾਊਸ ਡਸਟ ਮਾਈਟ ਹੈ, ਮੋਲਡਸ ਹੈ ਜਿਹਨੂੰ ਅਸੀਂ ਫੰਗਸ ਕਹਿ ਦਿੰਦੇ ਹਾਂ, ਫਿਰ ਸਾਡੇ ਘਰ ਦੇ ਅੰਦਰ ਕੋਕਰੋਚ ਹੈ, ਜਾਂ ਸਾਡੇ ਘਰ ਦੇ ਅੰਦਰ ਪੈਟਸ ਹੈ ਜਿਹਨੂੰ ਡੌਗਸ ਹੈ ਜਾਂ ਕੈਟਸ ਹੈ। ਇਹ ਮੇਨ ਜਿਹੜੇ ਹੈਗੇ ਆ ਇਹ ਅਲਰਜਨਸ ਹੈ। ਉਸ ਤੋਂ ਬਾਅਦ ਦੂਸਰੇ ਮੁੱਖ ਕਾਰਨ ਜਿਹੜੇ ਐਸਥਮਾ ਦੇ ਆ ਜਾਂਦੇ ਉਹ ਇਰੀਟੈਂਟਸ ਹੈ। ਇਰੀਟੈਂਟਸ ਕਿਹੜੇ ਆ? ਸਮੋਕ ਹੈ, ਧੂਆਂ ਹੈ, ਡਸਟ ਹੈ ਨਾ। ਸੋ ਉਹ ਜਿਹੜੀ ਜਿਵੇਂ ਸਾਡੀ, ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕਿ ਸਾਡਾ ਨੇਚਰ, ਅਸੀਂ ਸਾਰੇ ਦਰਖਤ ਵੀ ਕੱਟ ਰਹੇ ਹਾਂ, ਸਾਡੇ ਆਟੋਮੋਬਾਈਲ ਪੋਲਿਊਸ਼ਨਸ ਬਹੁਤ ਹੈਗੀਆਂ ਵਾ, ਔਰ ਅਸੀਂ ਬਹੁਤ ਜ਼ਿਆਦਾ ਇਹ ਚੀਜ਼ਾਂ ਵਧਾ ਰਹੇ ਹਾਂ। ਤੁਸੀਂ ਵੀ ਦੇਖ ਰਹੇ ਹੋ ਕਿ ਕਿਤੇ ਮਤਲਬ ਅਸੀਂ ਪਰਾਲੀ ਨੂੰ ਅੱਗ ਲਾ ਰਹੇ ਹਾਂ, ਕਿਤੇ ਅਸੀਂ ਪੋਲਿਊਸ਼ਨ ਅਸੀਂ ਵਧਾ ਰਹੇ ਹਾਂ। ਔਰ ਜਿੰਨੇ ਤੁਸੀਂ ਆਪਣੇ এনवायरमेंट ਦੇ ਵਿੱਚ ਇਰੀਟੈਂਟਸ ਦੀ ਮਾਤਰਾ ਵਧਾ ਰਹੇ ਹੋ, ਉਹ ਇਨਡਾਇਰੈਕਟਲੀ ਤੁਹਾਡੀ ਸਿਹਤ ਦੇ ਉੱਤੇ ਅਸਰ ਕਰ ਰਹੀ ਹੈ। ਔਰ ਇਸੇ ਕਰਕੇ ਇਹੀ ਕਾਰਨ ਹੈ ਕਿ ਇਹ ਐਸਥਮਾ ਜਿਹੜਾ ਹੁਣ ਅੱਜ ਕੱਲ੍ਹ ਇੰਨਾ ਕੁ ਜ਼ਿਆਦਾ ਵੱਧ ਗਿਆ ਕਿ ਹਰ 10 ਦੇ ਵਿੱਚੋਂ 3 ਬੰਦਿਆਂ ਨੂੰ ਐਸਥਮਾ ਹੋ ਰਿਹਾ। ਤੇ ਡਾਕਟਰ ਸਾਹਿਬ ਕਰਨਾ ਕੀ ਚਾਹੀਦਾ, ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖੀਏ? ਦੇਖੋ ਨੰਬਰ 1 ਇਹ ਧਿਆਨ ਇਹ ਰੱਖਣਾ ਚਾਹੀਦਾ ਹੈਗਾ ਕਿ ਕਿਸ ਤਰ੍ਹਾਂ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਕਰ ਸਕਦੇ ਹਾਂ। ਉਹਦੇ ਵਿੱਚ ਸਿੰਪਲ ਜੀ ਗੱਲ ਹੈ, ਮੈਂ ਤਾਂ ਕਹਿੰਦਾ ਸਾਨੂੰ ਖੁਦ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਕਿ ਅਸੀਂ ਪਰਾਲੀ ਨੂੰ ਅੱਗ ਲਾਣੀ ਹੈ ਤੇ ਕਿੰਨਾ ਕੁ ਸਾਡਾ ਨੁਕਸਾਨ ਹੋਏਗਾ। ਦੂਸਰੀ ਗੱਲ, ਅਸੀਂ ਆਪਣੇ ਕੋਈ ਵਹੀਕਲਸ ਹੈ ਉਹਨਾਂ ਨੂੰ ਇਸ ਤਰ੍ਹਾਂ ਕਰੀਏ ਕਿ ਚਲੋ ਉਹਨਾਂ ਦੀ ਮੇਨਟੇਨੈਂਸ ਕਰੀਏ, ਘੱਟ ਤੋਂ ਘੱਟ ਧੂਆਂ ਛੱਡਣ। ਮੈਂ ਨਹੀਂ ਕਹਿੰਦਾ ਕਿ ਤੁਸੀਂ ਕੰਮ ਹੈ ਨਾ। ਤੀਸਰੀ ਗੱਲ ਹੈ ਕਿ ਸਾਡੇ ਜਿਹੜੇ ਘਰ ਦੇ ਅੰਦਰ ਹੈ, ਡਸਟ ਹੈ, ਧੂੜ ਹੈ, ਧੂਆਂ ਹੈ, ਸਮੋਕ ਹੈ, ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਅਸੀਂ ਘੱਟ ਮਾਤਰਾ 'ਚ ਅਸੀਂ ਦਰਖਤ ਵੱਧ ਤੋਂ ਵੱਧ ਲਗਾਈਏ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਓਵਰਆਲ ਜਿਹੜੀਆਂ ਹੈਗੀਆਂ ਇਹ ਪੋਲਿਊਸ਼ਨ ਰਿਲੇਟਿਡ ਜਿਹੜੀਆਂ ਬਿਮਾਰੀਆਂ ਹੈ ਉਹਨਾਂ ਦੇ ਵਿੱਚ ਅਸੀਂ ਨੰਬਰ 1 ਅਸੀਂ ਘਟਾ ਕਰ ਸਕਦੇ ਹੈਗੇ। ਦੂਸਰਾ ਗੱਲ ਇਹ ਹੈਗੀ ਹੈ ਕਿ ਪਬਲਿਕ ਨੂੰ ਅਸੀਂ ਜ਼ਿਆਦਾਤਰ ਇਹਦੇ ਬਾਰੇ ਅਵੇਅਰ ਕਰਾਈਏ ਵੀ ਕਿਸ ਤਰ੍ਹਾਂ ਤੁਹਾਨੂੰ ਅਗਰ ਇਹ ਸਾਰੀ, ਹੁਣ ਲੋਕੀ ਸਾਰੀ ਉਮਰ ਦਵਾਈਆਂ ਖਾਂਦੇ ਰਹਿੰਦੇ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੀ ਬਿਮਾਰੀ ਦਾ ਕਾਰਨ ਕੀ ਹੈ। ਠੀਕ ਹੈ, ਹੁਣ ਮੇਰੇ ਕੋਲ ਕਈ ਪੇਸ਼ੈਂਟਸ ਆਉਂਦੇ ਆ, ਮੈਂ ਉਹਨਾਂ ਨੂੰ ਕਹਿੰਦਾ ਵੀ ਚਲੋ ਤੁਸੀਂ ਸਪੋਜ਼ ਕਿਸੇ ਦਾ ਘਰ ਮੰਡੀ ਦੇ ਕੋਲ ਹੈ, ਜਿੱਥੇ ਕੋਈ ਕਣਕ ਮੰਡੀ ਹੈ, ਦਾਣਾ ਮੰਡੀ, ਜਿੱਥੇ ਇਹ ਚੀਜ਼ਾਂ ਅਲਰਜੀ ਵਾਲੀਆਂ ਜ਼ਿਆਦਾ ਹੁੰਦੀਆਂ, ਤੁਸੀਂ ਕਿਸ ਤਰ੍ਹਾਂ ਆਪਣੇ ਕਮਰੇ ਦੇ ਵਿੱਚ ਐਗਜ਼ੌਸਟ ਲਗਾਉਣੇ ਆ, ਕਿਸ ਤਰ੍ਹਾਂ ਤੁਸੀਂ ਉਸ ਟਾਈਮ ਤੁਸੀਂ ਬਾਹਰ ਘੱਟ ਨਿਕਲੋ। ਸੋ ਇਹ ਸਾਰੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਪਬਲਿਕ ਨੂੰ ਐਜੂਕੇਟ ਵੀ ਕਰ ਰਹੇ ਹਾਂ ਔਰ ਉਹਦੇ ਹਿਸਾਬ ਨਾਲ ਕਾਫੀ ਫਾਇਦਾ ਵੀ ਹੋ ਰਿਹਾ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਇੱਕ ਵਾਰੀ ਜਦੋਂ ਆਮ ਕਾਮਨ ਮੈਨ ਹੈ ਇਨਹੇਲਰ ਤੁਸੀਂ ਕਿਹਾ ਉਹਨੂੰ ਲੈਣਾ ਪੈਂਦਾ, ਜਿਹੜਾ ਕਾਮਨ ਮੰਨ ਲਓ ਖਾਂਸੀ ਆਉਂਦੀ ਹੈ, ਅਸਥਮੇ ਦਾ ਸਿੰਪਟਮਸ ਤਾਂ ਇਹੀ ਹੈ ਨਾ ਜੀ, ਤੇ ਕਿਸ ਤਰ੍ਹਾਂ ਆਮ ਬੰਦੇ ਨੂੰ ਪਤਾ ਲੱਗ? ਦੇਖੋ ਅਵੇਅਰ ਸਾਰੀ ਚੀਜ਼ਾਂ ਵਾਸਤੇ ਬੰਦੇ ਕੋਲ ਟਾਈਮ ਹੈ, ਲੇਕਿਨ ਆਪਣੀ ਹੈਲਥ ਵਾਸਤੇ ਸਮਾਂ ਬਿਲਕੁਲ ਨਹੀਂ ਰਹਿ ਗਿਆ। ਲੋਕ ਕੀ ਕਰਦੇ, ਸੈਲਫ ਮੈਡੀਕੇਸ਼ਨ ਲੈ ਲੈਂਦੇ ਨੇ,
ਤੇ ਕਿਸ ਤਰ੍ਹਾਂ ਉਹਨੂੰ ਪਤਾ ਲੱਗੇ ਵੀ ਕਿਸੇ ਨੂੰ ਵੀ ਉਹਦੀ ਬਿਮਾਰੀ ਅਸਥਮਾ ਜਿਹੜੀ ਹੈ ਉਹ ਅਸਥਮਾ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਐਸਥਮਾ ਜਿਹੜੀ ਡਾਇਗਨੋਸਿਸ ਹੈ ਉਹਦੇ ਲਈ ਸਾਨੂੰ ਸਭ ਤੋਂ ਜ਼ਰੂਰੀ ਹੈ ਕਿ ਹਿਸਟਰੀ ਆਫ ਦੀ ਪੇਸ਼ੈਂਟ, ਕਿ ਉਹਨੂੰ ਕਿਹਦੀ ਤਕਲੀਫ ਹੁੰਦੀ ਹੈ, ਕੀ ਤਕਲੀਫ ਦੇ ਵਿੱਚ ਹੁੰਦਾ ਹੈ। ਸੈਕਿੰਡ, ਕੁਝ ਟੈਸਟ ਹੈ ਜਿਨ੍ਹਾਂ ਦੇ ਨਾਲ ਅਸੀਂ ਐਸਥਮਾ ਨੂੰ ਕਨਫਰਮ ਕਰ ਸਕਦੇ ਹਾਂ ਜੀ। ਹੁਣ ਜਿਹੜੇ ਸਿੰਪਟਮਸ ਹੈ ਉਹ ਮੁੱਖ ਰੂਪ ਦੇ ਵਿੱਚ ਇਹ ਹੁੰਦਾ ਹੈ ਕਿ ਪੇਸ਼ੈਂਟ ਕਹਿੰਦਾ ਹੈ ਕਿ ਮੈਂ ਬਿਲਕੁਲ ਠੀਕ ਸੀਗਾ, ਜਦੋਂ ਰੁੱਤ ਬਦਲੀ ਹੈ ਮੈਨੂੰ ਸਾਹ ਲੈਣ 'ਚ ਤਕਲੀਫ ਹੋਣੀ ਸ਼ੁਰੂ ਹੋ ਗਈ, ਮੈਨੂੰ ਬਹੁਤ ਜ਼ਿਆਦਾ ਬਲਗਮ ਆ ਰਹੀ ਹੈਗੀ ਹੈ, ਮੈਨੂੰ ਸਾਹ ਚੜ੍ਹਦਾ ਪਿਆ ਹੈਗਾ। ਇਹ ਸਿੰਪਟਮਸ ਹੁੰਦੇ, ਮੈਨੂੰ ਛਿੱਕਾਂ ਆ ਰਹੀਆਂ, ਗਲੇ 'ਚ ਖਿੱਚ ਹੋ ਰਹੀ ਹੈ, ਅੱਖਾਂ 'ਚ ਖਾਰਿਸ਼ ਹੋ ਰਹੀ ਹੈ, ਕੰਨਾਂ 'ਚ ਖਾਰਿਸ਼ ਹੋ ਰਹੀ ਹੈ। ਇਹ ਸਿੰਪਟਮਸ ਅਗਰ ਹੈਗੇ ਆ ਤਾਂ ਕੁਝ ਟੈਸਟ ਹੁੰਦੇ ਆ ਜਿਹੜੇ ਐਸਥਮਾ, ਜਿਵੇਂ PFT ਹੈ, ਸਪਾਇਰੋਮੀਟਰੀ ਟੈਸਟ ਹੈਗਾ, ਉਹ ਅਸੀਂ ਟੈਸਟ ਕਰਕੇ ਕਨਫਰਮ ਕਰ ਸਕਦੇ ਹਾਂ ਕਿ ਸਾਨੂੰ ਐਸਥਮਾ ਹੈ ਕਿ ਨਹੀਂ ਹੈ। ਅੱਜ ਕੱਲ੍ਹ ਲੇਟੈਸਟ ਅਸੀਂ ਬੱਚਿਆਂ ਦੇ ਵਿੱਚ ਇੱਕ ਫੀਨੋ ਟੈਸਟ ਵੀ ਸ਼ੁਰੂ ਕੀਤਾ ਹੈਗਾ, ਜਿਹੜਾ ਕਿ ਜਿਵੇਂ ਹੁਣ 5 ਸਾਲ ਤੋਂ ਘੱਟ ਏਜ ਵਾਲੇ ਬੱਚੇ ਸਪਾਇਰੋਮੀਟਰੀ ਨਹੀਂ ਕਰ ਸਕਦੇ, ਉਹਨਾਂ ਲਈ ਅਸੀਂ ਫੀਨੋ ਟੈਸਟ ਕਰਦੇ ਹਾਂ। ਉਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਐਸਥਮਾ। ਫਿਰ ਆਪਾਂ ਐਲਰਜੀ ਟੈਸਟ ਵੀ ਕਰ ਸਕਦੇ ਹਾਂ। ਸੋ ਬਹੁਤ ਜ਼ਿਆਦਾ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਅੱਗੋਂ ਇਸ ਚੀਜ਼ ਵੱਲ ਵੀ ਕਰਵਾ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਸੈਲਫ ਮੈਡੀਕੇਸ਼ਨ ਦੀ ਜਿਹੜੀ ਗੱਲ ਕੀਤੀ ਹੈ ਉਹਦਾ ਜਵਾਬ ਦੇ ਨਾਲ ਇਹਦੇ ਮੇਰਾ ਜੀ ਸਵਾਲ ਹੈ ਕਿ ਹੁਣ ਇੱਕ ਹੋਰ ਡਾਕਟਰ ਆ ਗਿਆ ਜੀ, ਟੈਕਨੋਲੋਜੀ ਬੜੀ ਫਾਸਟ ਹੋ ਗਈ ਹੈ, ਸਰਚ ਮਾਰੋ ਤੇ ਸਭ ਕੁਝ ਸਾਹਮਣੇ ਆ ਜਾਂਦਾ, ਪਤਾ ਲੱਗ ਜਾਂਦਾ। ਕਿਆ ਜਦੋਂ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਹੈ ਵੀ ਕਈ ਵਾਰੀ ਇਸ ਤਰ੍ਹਾਂ ਤਾਂ ਨਹੀਂ ਵੀ ਆਪਣੀ ਬਿਮਾਰੀ ਵਧਾ ਕੇ ਤੁਹਾਡੇ ਕੋਲ ਆਉਂਦਾ? ਦੇਖੋ, ਇਸ ਤਰ੍ਹਾਂ ਹੈਗਾ ਕਿ ਮੈਂ ਕਹਿੰਦਾ ਕਿ ਨੌਲੇਜ ਬਹੁਤ ਚੰਗੀ ਚੀਜ਼ ਹੈ, ਪਰ ਗੁੱਡ ਨੌਲੇਜ ਚੰਗੀ ਚੀਜ਼ ਹੈ, ਬੈਡ ਨੌਲੇਜ ਮਾੜੀ ਚੀਜ਼ ਹੈ। ਨੌਲੇਜ ਜ਼ਰੂਰ ਲਵੋ, ਟੈਕਨੋਲੋਜੀ ਦਾ ਫਾਇਦਾ ਉਠਾਉਣਾ ਚਾਹੀਦਾ। ਹਰ ਚੀਜ਼ ਅੱਜ ਕੱਲ੍ਹ ਹਰ ਇੱਕ ਦੇ ਫਿੰਗਰ ਦੇ ਉੱਤੇ ਅਸੈਸਿਬਿਲਿਟੀ ਹੈਗੀ ਹੈ, ਕੋਈ ਐਸੀ ਗੱਲ ਨਹੀਂ ਹੈ। ਬਟ ਇਹ ਵੀ ਨਾਲ ਕਹੋ ਕਿ ਜਿਹੜੀ ਨੌਲੇਜ ਹੈਗੀ ਹੈ ਉਹ ਮੈਂ ਆਥੈਂਟਿਕ ਨੌਲੇਜ ਲਵਾਂ, ਔਰ ਕਦੀ ਵੀ ਉਸ ਨੌਲੇਜ ਨੂੰ ਪ੍ਰੋਫੈਸ਼ਨਲ ਨੂੰ ਪੁੱਛੇ ਬਗੈਰ ਆਪਣੇ ਉੱਤੇ ਨਾ ਅਪਲਾਈ ਕਰਾਂ, ਕਿਉਂਕਿ ਬੜੀਆਂ ਚੀਜ਼ਾਂ ਇਹਦੇ ਵਿੱਚ ਇਨਵੋਲਵ ਹੋ ਜਾਂਦੀਆਂ। ਸੋ ਬੈਟਰ ਇਹ ਹੈਗਾ ਕਿ ਠੀਕ ਹੈ, ਮੈਂ ਹਰ ਪੇਸ਼ੈਂਟ ਨੂੰ ਕਹਿੰਦਾ ਤੁਸੀਂ ਅਵੇਅਰ ਹੋਵੋ, ਐਜੂਕੇਟ ਆਪਣੇ ਆਪ ਨੂੰ ਕਰੋ ਟੈਕਨੋਲੋਜੀ ਦੇ ਹਿਸਾਬ ਨਾਲ, ਬਟ ਬੀ ਇਨ ਟੱਚ ਵਿਦ ਡਾਕਟਰ, ਔਰ ਡਾਕਟਰ ਦੇ ਕਹਿਣ ਦੇ ਉੱਤੇ ਜੋ ਵੀ ਤੁਸੀਂ ਆਪਣੇ ਲਈ ਮੈਡੀਕੇਸ਼ਨ ਕਰਨੀ ਹੈ, ਕੁਝ ਵੀ ਲੈਣਾ, ਉਹ ਉਹਦੀ ਰਜ਼ਾਮੰਦੀ ਦੇ ਨਾਲ। ਐਸੇ ਲੋਕ ਮਰੀਜ਼ ਆ ਰਹੇ ਹਨ ਬਹੁਤ ਸਾਰੇ ਜਿਹੜੇ ਬਹੁਤ ਸਾਰੇ ਬਿਲਕੁਲ ਆ ਰਹੇ, ਖਰਾਬ ਕਰਦੇ ਆ ਆਪਣੀ। ਬਿਲਕੁਲ ਕਰ ਰਹੇ ਆ, ਕੁਛ ਉਹਨਾਂ ਨੂੰ ਸਮਝਾਉਣਾ ਵੀ ਪੈਂਦਾ ਹੈ, ਔਰ ਉਹਨਾਂ ਨੂੰ ਉਹ ਸਮਝ ਵੀ ਜਾਂਦੇ ਆ ਵੀ ਠੀਕ ਹੈ ਹਾਂਜੀ ਡਾਕਟਰ ਸਾਹਿਬ, ਕਿਉਂਕਿ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਮੀਡੀਆ ਦੇ ਵਿੱਚ ਅਵੇਲੇਬਲ ਹੈ। ਅੱਛੀ ਇਨਫੋਰਮੇਸ਼ਨ ਵੀ ਹੈ, ਮਾੜੀ ਇਨਫੋਰਮੇਸ਼ਨ ਵੀ। ਉਹ ਕਈ ਵਾਰੀ ਮਾੜੀ ਇਨਫੋਰਮੇਸ਼ਨ ਦੇ ਚੱਕਰਾਂ ਦੇ ਵਿੱਚ ਮਰੀਜ਼ ਆਪਣਾ ਨੁਕਸਾਨ ਵੀ ਕਰਾ ਦਿੰਦਾ। ਅੱਛਾ ਡਾਕਟਰ ਸਾਹਿਬ, ਕੀ ਅਸਥਮਾ ਦੇ ਨਾਲ ਪੇਸ਼ੈਂਟ ਦੀ ਜਾਨ ਵੀ ਚਲੀ ਜਾਂਦੀ ਜੇ ਉਹਨੂੰ ਟ੍ਰੀਟ ਨਾ ਕਰਾਇਆ ਜਾਏ, ਇਲਾਜ ਉਹਦਾ ਨਾ ਕਰਾਇਆ ਜਾਏ? ਦੇਖੋ, ਇਸ ਤਰ੍ਹਾਂ ਹੈਗਾ ਕਿ ਇਹ ਨਹੀਂ ਹੈਗਾ ਕਿ ਵਰਲਡ ਦੇ ਵਿੱਚ ਐਸਥਮਾ ਨਾਲ ਕਦੀ ਕੋਈ ਡੈਥ ਨਹੀਂ ਹੋਈ। ਐਸਥਮਾ ਦੇ ਨਾਲ ਕਰਕੇ ਡੈਥ ਵੀ ਹੋਈਆਂ ਹੈ, ਈਵਨ ਡਿਵੈਲਪਡ ਕੰਟਰੀ 'ਚ USA ਵਰਗਿਆਂ ਦੇ ਵਿੱਚ ਵੀ ਐਸਥਮਾ ਦੇ ਕਰਕੇ ਡੈਥ ਹੋਈ ਹੈਗੀ। ਬਟ ਇਹ ਹੈ ਕਿ ਐਸਥਮਾ ਦੇ ਵਿੱਚ ਡੈਥ ਇਜ਼ ਪ੍ਰੀਵੈਂਟੇਬਲ, ਬਿਕੋਜ਼ ਇਹ ਐਸੀ ਬਿਮਾਰੀ ਹੈ ਜਿਹਦੇ ਵਿੱਚ ਟਾਈਮਲੀ ਮੈਡੀਸਿਨਸ ਦੇ ਨਾਲ ਔਰ ਟਾਈਮਲੀ ਆਪਣੇ ਆਪ ਨੂੰ ਅਵੇਅਰ ਕਰਕੇ ਤੁਸੀਂ ਦਵਾਈਆਂ ਦੇ ਨਾਲ ਡੈਥ ਇਜ਼ ਆਲਮੋਸਟ, ਮੈਂ ਤਾਂ ਦੇਖੋ ਹੁਣ ਮੈਨੂੰ ਵੀ 22-23 ਸਾਲ ਪ੍ਰੈਕਟਿਸ ਹੋ ਗਏ, ਮੇਰੇ ਤਾਂ ਕੈਰੀਅਰ ਦੇ ਵਿੱਚ ਇੱਕ ਵੀ ਆਈ ਹੈਵ ਨਾਟ ਸੀਨ ਡੈਥ ਡਾਈਂਗ ਆਫ ਮਤਲਬ ਪੇਸ਼ੈਂਟ ਬਿਕੋਜ਼ ਆਫ ਐਸਥਮਾ। ਸਿੰਗਲ ਪੇਸ਼ੈਂਟ ਦੀ ਵੀ ਕਦੀ ਡੈਥ ਨਹੀਂ ਹੋਈ, ਬਟ ਹਾਂ ਇਟ ਇਜ਼ ਡਾਕੂਮੈਂਟਡ ਇਨ ਲਿਟਰੇਚਰ, ਵੀ ਲਿਟਰੇਚਰ 'ਚ ਹੈਗਾ ਵੀ ਐਸਥਮਾ ਕਰਕੇ ਡੈਥਸ ਹੋਈਆਂ। ਡਾਕਟਰ ਸਾਹਿਬ, ਕੁਝ ਹੋਰ ਤੁਸੀਂ ਐਜੂਕੇਟ ਕਰਨਾ ਚਾਹੋ? ਦੇਖੋ, ਮੇਰੀ ਤਾਂ ਐਜੂਕੇਸ਼ਨ ਜਿਹੜੀ ਹੈ ਪੇਸ਼ੈਂਟਸ ਦੇ ਔਰ ਪਬਲਿਕ ਨੂੰ ਇਹੀ ਹੁੰਦੀ ਹੈ ਕਿ ਆਪਣੀ ਵਾਤਾਵਰਨ ਨੂੰ ਬਚਾਓ, ਜਿੰਨਾ ਵੀ ਆਪਾਂ ਇਹਦਾ ਖਿਆਲ ਕਰ ਸਕਨੇ ਹਾਂ ਕਰੀਏ, ਕਿਉਂਕਿ ਸਭ ਤੋਂ ਜ਼ਰੂਰੀ ਹੈ ਸਾਹ ਲੈਣਾ। ਅਗਰ ਸਾਹ ਹੀ ਨਹੀਂ ਆਏਗਾ ਤਾਂ ਬਾਕੀ ਸਾਰੀਆਂ ਚੀਜ਼ਾਂ ਇਮਟੀਰੀਅਲ। ਸੋ ਅਸੀਂ ਬਹੁਤ ਛੋਟੀਆਂ ਚੀਜ਼ਾਂ ਦੇ ਨਾਲ ਥੋੜ੍ਹਾ ਆਪਣੇ ਘਰੋਂ ਹੀ ਸ਼ੁਰੂਆਤ ਕਰਕੇ ਕਿੱਦਾਂ ਅਸੀਂ ਆਪਣੇ ਘਰ ਦਾ ਕੂੜਾ ਡਿਸਪੋਜ਼ ਆਫ ਕਰਨਾ ਹੈ, ਕਿੱਦਾਂ ਅਸੀਂ ਝਾੜੂ ਤੋਂ ਇਲਾਵਾ ਵੈਕਿਊਮ ਕਲੀਨਰ 'ਤੇ ਆਉਣਾ, ਤਾਂ ਕਿ ਅਸੀਂ ਜਿੰਨੀ ਵੀ ਡਸਟ ਜਨਰੇਟ ਹੁੰਦੀ ਹੈ ਉਹਨੂੰ ਘੱਟ ਕਰ ਸਕੀਏ। ਵੱਧ ਤੋਂ ਵੱਧ ਦਰਖਤ ਲਾਈਏ, ਜਿਹੜੇ ਆਪਣੇ ਆਟੋਮੋਬਾਈਲਸ ਉਹਨਾਂ ਦੀ ਟਾਈਮਲੀ ਸਰਵਿਸ ਕਰਾ ਕੇ ਉਹਨਾਂ ਤੋਂ ਜਿੰਨਾ ਵੀ ਅਸੀਂ ਪੋਲਿਊਸ਼ਨ ਤੋਂ ਬਚਾਅ ਕਰ ਸਕਦੇ ਹੈਗੇ। ਬਾਕੀ ਦਿਸ ਇਜ਼ ਮਾਈ ਮੈਸੇਜ ਟੂ ਦੀ ਪਬਲਿਕ ਕਿ ਜਿੰਨਾ ਵੀ ਆਪਾਂ ਕਰ ਸਕਦੇ। ਧੰਨਵਾਦ ਸਾਡੇ ਨਾਲ ਗੱਲ ਕਰਨੀ। ਇਸ ਤਰ੍ਹਾਂ ਡਾਕਟਰ ਪ੍ਰਦੀਪ ਹੋਰੀ ਕਿਵੇਂ ਦੱਸਿਆ ਕਿ ਸਾਡਾ ਪਾਣੀ ਜਿਹੜਾ ਉਹ ਜ਼ਹਿਰੀਲਾ ਹੋ ਰਿਹਾ ਹੈ, ਸਾਹ ਲੈਣ ਵਾਲੀ ਹਵਾ ਜਿਹੜੀ ਹੈ ਉਹ ਖਰਾਬ ਹੋ ਰਹੀ ਹੈ ਕਿਉਂਕਿ ਅਸੀਂ ਪੇੜ ਪੌਦੇ ਕੱਟ ਦਿੱਤੇ ਨੇ। ਸਾਰਾ ਕੁਝ ਸਰਕਾਰਾਂ 'ਤੇ ਨਹੀਂ ਛੱਡਣਾ ਚਾਹੀਦਾ, ਆਪ ਵੀ ਕੁਝ ਕਰਨਾ ਚਾਹੀਦਾ। ਇਹਨਾਂ ਨੇ ਬਹੁਤ ਵਧੀਆ ਇੱਕ ਇਹ ਵੀ ਸੰਦੇਸ਼ ਦਿੱਤਾ ਕਿ ਆਪਣੇ ਜਨਮ ਦਿਨ 'ਤੇ ਕਮ ਸੇ ਕਮ ਇੱਕ ਪੌਦਾ ਹਰ ਬੰਦਾ ਜ਼ਰੂਰ ਲਾਵੇ ਤਾਂ ਕਿ ਹਰਿਆਲੀ ਬਰਕਰਾਰ ਰਹੇ। ਤੇ ਸੈਲਫ ਮੈਡੀਕੇਸ਼ਨ ਨੂੰ ਲੈ ਕੇ ਵੀ ਇਹਨਾਂ ਨੇ ਗੱਲ ਕੀਤੀ ਵੀ ਆਪਣੇ ਆਪ ਦਵਾਈ ਲੈਣਾ ਖਤਰਨਾਕ ਹੋ ਸਕਦਾ ਹੈ। ਅਸਥਮਾ ਖਾਂਸੀ ਤੋਂ ਸ਼ੁਰੂ ਹੁੰਦਾ ਹੈ ਜਿਹੜਾ ਕਿ ਬਾਅਦ ਵਿੱਚ ਹੌਲੀ ਤੁਹਾਨੂੰ ਕਾਫੀ ਪਰੇਸ਼ਾਨ ਕਰ ਸਕਦਾ ਹੈ। ਇਸ ਲਈ ਸਮੇਂ ਰਹਿੰਦੇ ਡਾਕਟਰ ਦੇ ਕੋਲ ਆਓ ਤੇ ਆਪਣਾ ਇਲਾਜ ਜ਼ਰੂਰ ਕਰਾਓ। ਅੰਮ੍ਰਿਤਸਰ ਤੋਂ D4 ਨਿਊਜ਼ ਦੀ ਦੀਪਕ ਭੰਡਾਰੀ ਦੀ ਖਾਸ ਰਿਪੋਰਟ।